ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਨਾ ਮਨੋਰਥ ਜਪ ਜੀ ਸਾਰੋ, ਪੂਰਬ ਸਮਝੇ ਸਕਲ ਉਚਾਰੋ। ਸ੍ਰੀ ਨਾਨਕ ਗਾਦੀ ਵਡਿਆਈ, ਸਗਰੇ ਜਗ ਕੀ ਬਰ ਗੁਰ ਆਈ। ਬਿਨਾ ਮਨੋਰਥ ਜਪ ਜੀ ਸਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨਾ ਬੰਧੂ, ਕਿਰਪਾ ਦੇ ਸਾਗਰ, ਪਤਿਤ ਪਾਵਨ, ਭਗਤ ਵਛਲ, ਜਾਗਦੀ ਜੋਤ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਦਇਆ ਸਦਕਾ ਜੀਵਨ ਦੇ ਅਮੋਲਕ ਸਵਾਸਾਂ ਨੂੰ ਮਹਾਰਾਜ ਦੀ ਸੰਗਤ ਵਿੱਚ ਬੈਠ ਕੇ ਆਪ ਸਫਲਿਆਂ ਕਰ ਰਹੇ ਹੋ। ਇਹ ਸ਼ਹੀਦਾਂ ਦੀ ਯਾਦ ਵਿੱਚ ਸਾਲਾਨਾ ਜੋੜ ਮੇਲੇ, ਸਿਮਰਨ ਸਮਾਗਮ, ਵਡਭਾਗੀ ਹੋ ਆਪ ਪਿਆਰ ਨਾਲ ਹਾਜ਼ਰੀਆਂ ਭਰ ਰਹੇ ਹੋ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਮਹਾਰਾਜ ਜੀ ਦਾ ਅੰਮ੍ਰਿਤ ਇਤਿਹਾਸ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਧਰਮਵੀਰ ਸਤਿਗੁਰੂ ਜੀ, ਹਜ਼ੂਰ ਜੂ ਦਾ ਯੁੱਧ ਜਦੋਂ ਫਤਿਹ ਕੀਤਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਸਿੱਖਾਂ ਨੂੰ ਘੋੜੇ ਨਵੇਂ ਬਖਸ਼ੇ ਆ ਚੜ੍ਹਨ ਵਾਸਤੇ। ਸਤਿਗੁਰੂ ਜੀ ਦੇ ਵਾਸਤੇ ਪੱਛਮ ਦੀ ਦਿਸ਼ਾ ਤੋਂ ਸੰਗਤ ਆਈ ਹੈ ਭੇਟਾਵਾਂ ਲੈ ਕੇ। ਉਸ ਸੰਗਤ ਵਿੱਚ ਭਾਈ ਸੁਭਾਗਾ ਜੀ ਮਹਾਰਾਜ ਵਾਸਤੇ 5 ਘੋੜੇ ਲੈ ਕੇ ਆਏ। ਸੱਚੇ ਪਾਤਸ਼ਾਹ ਨੇ ਬਹੁਤ ਖੁਸ਼ੀ ਕੀਤੀ, ਸਿੱਖ ਨੂੰ ਨਿਹਾਲ ਕਰ ਦਿੱਤਾ। ਕਿਹਾ, ਭਾਈ ਸੁਭਾਗਿਆ, ਜੰਮਣ ਮਰਨ ਵਿੱਚ ਨਹੀਂ ਆਏਗਾ। ਐਡੀ ਵੱਡੀ ਦਾਤ ਦਿੱਤੀ ਸੱਚੇ ਪਾਤਸ਼ਾਹ ਨੇ। 5 ਚੋਂ ਇੱਕ ਘੋੜਾ ਮਹਾਰਾਜ ਜੀ ਆਪਣੇ ਚੜ੍ਹਨ ਲਈ ਸੱਚੇ ਪਾਤਸ਼ਾਹ ਪਸੰਦ ਕੀਤਾ। ਸੁੰਦਰ ਵੇਖ ਕਰਕੇ ਸੇਵਾ ਲਈ ਸੇਵਕਾਂ ਨੂੰ ਆਗਿਆ ਕੀਤੀ। ਮਹਾਰਾਜ ਨੇ ਇੱਕ ਘੋੜਾ ਬਿਧੀ ਚੰਦ ਜੀ ਨੂੰ ਚੜ੍ਹਨ ਵਾਸਤੇ ਦਿੱਤਾ। ਬਿਧੀ ਚੰਦ ਜੀ ਬਹੁਤ ਪ੍ਰਸੰਨ ਹੋਏ ਮਹਾਰਾਜ ਜੀ ਦੇ ਕੋਲੋਂ ਘੋੜਾ ਲੈ ਕਰਕੇ। ਇੱਕ ਘੋੜਾ ਬਾਬਾ ਗੁਰਦਿੱਤਾ ਜੀ ਨੂੰ ਸੱਚੇ ਪਾਤਸ਼ਾਹ ਨੇ ਭੇਜਿਆ, ਇੱਕ ਘੋੜਾ ਪੈਂਦੇ ਖਾਨ ਨੂੰ ਭੇਜ ਦਿੱਤਾ। ਤੇ ਸਾਧ ਸੰਗਤ ਜੀ ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੰਡ ਦਿੱਤੇ। ਇੱਕ ਘੋੜਾ ਸ਼ੇਸ਼ ਬਚ ਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਨੂੰ ਖਾਸ ਤਬੇਲੇ ਵਿੱਚ ਬਣਵਾ ਦਿੱਤਾ। 5 ਹੀ ਘੋੜੇ ਤੇ 5 ਹੀ ਸੋਨੇ ਦੀਆਂ ਕਾਠੀਆਂ, ਜਿਨ੍ਹਾਂ ਉੱਤੇ ਹੀਰੇ ਜਵਾਹਰਾਤ ਲੱਗੇ ਹੋਏ, ਪ੍ਰਗਟ ਹੀ ਜਗਮਗਾਹਟ ਕਰਦੀਆਂ ਉਹ ਕਾਠੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਰੋਜ਼ ਦੀਵਾਨ ਸਜਾਉਂਦੇ ਆ। ਇੱਕ ਦਿਨ ਮਹਾਰਾਜ ਜੀ ਨੇ ਕਿਹਾ, ਸਿੱਖੋ, ਐਸਾ ਕੋਈ ਸਿੱਖ ਹੈ ਜਿਹੜਾ ਸਾਨੂੰ ਜਪਜੀ ਸਾਹਿਬ ਦੀ ਸੁੱਧ ਬਾਣੀ ਸੁਣਾਵੇ? ਚੁੱਪ ਹੋ ਗਏ ਅੱਗੇ ਬੈਠੇ ਸਿੱਖ। ਮਹਾਰਾਜ, ਬਾਣੀ ਅਸੀਂ ਨਿਯਮ ਨਾਲ ਪੜ੍ਹਦੇ ਹਾਂ, ਪਰ ਸੱਚੇ ਪਾਤਸ਼ਾਹ ਅੱਖਰਾਂ ਦੇ ਉਚਾਰਨ ਅਤੇ ਲਗਾ ਮਾਤਰਾ ਲਾ ਕਰਕੇ ਮਨ ਦੇ ਫੁਰਨੇ ਰੋਕ ਕੇ, ਮਹਾਰਾਜ ਅਸੀਂ ਬਾਣੀ, ਸੱਚੇ ਪਾਤਸ਼ਾਹ ਜੀ ਇਹ ਬੜੀ ਹੀ ਦੁਸਤਰ ਗੱਲ ਵੈ। ਸਤਿਗੁਰੂ ਜੀ ਨੇ ਫਿਰ ਕਿਹਾ ਕਿ ਭਾਵੇਂ ਤੁਸੀਂ ਪਿਆਰ ਨਾਲ ਬਾਣੀ ਪੜ੍ਹਦੇ ਹੋ, ਮਹਾਰਾਜ ਸਾਹਿਬ ਜੀ ਕਹਿੰਦੇ ਕੋਈ ਸਿੱਖ ਹੈ ਜਿਹੜਾ ਸਾਨੂੰ ਅੱਖਰ ਤੇ ਲਗਾ ਮਾਤਰਾ ਸੋਧ ਕੇ ਮਨ ਦੇ ਫੁਰਨੇ ਰੋਕ ਕੇ ਇੱਕ ਬਿਰਤੀ ਜਪਜੀ ਸਾਹਿਬ ਦਾ ਪਾਠ ਸੁਣਾਵੇ। ਫਿਰ ਸਾਧ ਸੰਗਤ ਜੀ ਭਾਈ ਗੋਪਾਲਾ ਜੀ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਖਲੋ ਗਏ। ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜੇ ਆਪਣੀ ਕਿਰਪਾ ਦਾ ਬਲ ਮੇਰੇ ਤੇ ਧਰੋਗੇ ਤਾਂ ਮਹਾਰਾਜ ਮੈਂ ਆਪ ਜੀ ਨੂੰ ਜਪਜੀ ਸਾਹਿਬ ਦੀ ਬਾਣੀ ਸੁਣਾ ਸਕਾਂਗਾ। ਸਤਿਗੁਰੂ ਜੀ ਖੁਸ਼ ਹੋਏ। ਮਹਾਰਾਜ ਨੇ ਕਿਹਾ, ਆਸਣ ਡਾਓ। ਹਜ਼ੂਰ ਨੇ ਆਪਣੀ ਗੁਰਿਆਈ ਤਖਤ ਤੋਂ ਉੱਚਾ ਆਸਣ ਢਵਾਇਆ। ਭਾਈ ਗੋਪਾਲਾ ਜੀ ਨੂੰ ਉੱਥੇ ਸਤਿਗੁਰੂ ਜੀ ਨੇ ਆਗਿਆ ਕਰਕੇ ਬਿਠਾਇਆ। ਵੇਖਿਆ ਸਿੱਖਾਂ ਨੇ ਕਿ ਮਹਾਰਾਜ
ਬਾਣੀ ਦਾ ਕਿੱਡਾ ਵੱਡਾ ਸਤਿਗੁਰਾਂ ਜੀ ਨੇ ਅਦਬ ਕੀਤਾ ਏ। ਇਹ ਮਹਾਰਾਜ ਸਿਖਾਇਆ ਹੈ ਆਪਦੇ ਸਿੱਖਾਂ ਨੂੰ। ਜਦੋਂ ਭਾਈ ਗੋਪਾਲਾ ਜੀ ਨੇ ਇੱਕ ਓੰਕਾਰ ਸਤਿਨਾਮ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਚੇਤੇ ਕੀਤਾ। ਫਿਰ ਜਦੋਂ ਇੱਕ ਓੰਕਾਰ ਤੇ ਸਤਿਨਾਮ ਉਚਾਰਿਆ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੋਵੇਂ ਹੱਥ ਜੋੜ ਕੇ ਭਾਈ ਗੋਪਾਲਾ ਜੀ ਨੂੰ ਨਮਸਕਾਰ ਕੀਤੀ। ਉਹ ਨਮਸਕਾਰ ਭਾਈ ਗੋਪਾਲਾ ਜੀ ਨੂੰ ਨਹੀਂ, ਸ੍ਰੀ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਨੂੰ ਮਹਾਰਾਜ ਕੀਤੀ ਹੈ। ਵੇਖ ਵੇਖ ਕੇ ਸਿੱਖ ਬੜੇ ਵਿਸਮਾਦ ਹੋਏ। ਭਾਈ ਗੋਪਾਲਾ ਜੀ ਨੇ ਇਉਂ ਪੌੜੀਆਂ ਦਾ ਉਚਾਰਨ ਇੱਕ ਰਸ ਆਪਣੀ ਰਸਨਾ ਤੋਂ ਕੀਤਾ। ਬਹੁਤ ਲਗਾ ਮਾਤਰਾ ਸੋਧ ਕਰਕੇ ਬਹੁਤ ਸੁੱਧ ਉਚਾਰਨ ਕੀਤੀ ਬਾਣੀ। ਮਨ ਦੇ ਫੁਰਨੇ ਰੋਕ ਕੇ ਇੱਕ ਰਸ ਪੜ੍ਹੀ ਜਾ ਰਹੇ ਹੈ। ਇਉਂ 6 ਪੌੜੀਆਂ ਪੜ੍ਹੀਆਂ, ਫਿਰ ਸਰਵਣ ਦੀਆਂ ਪੌੜੀਆਂ ਉਚਾਰੀਆਂ, ਫਿਰ ਮੰਨਣ ਦੀਆਂ, ਫਿਰ ਨਿਧਿਆਸਣ ਦੀਆਂ, ਫਿਰ 3 ਪ੍ਰਕਾਰ ਦੀ ਸ੍ਰਿਸ਼ਟੀ ਜੋ ਮਹਾਰਾਜ ਆਖੀ। ਉਹ ਸਾਧ ਸੰਗਤ ਜੀ ਭਾਈ ਗੋਪਾਲਾ ਜੀ ਪੜ੍ਹੀ ਜਾ ਰਹੇ ਆ ਇੱਕ ਰਸ। ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸਰੂਪ ਵਿੱਚ ਸਤਿਗੁਰੂ ਜੀ ਜੁੜੇ ਹੋਏ ਇੱਕ ਰਸ ਜਪਜੀ ਸਾਹਿਬ ਦਾ ਪਾਠ ਮਹਾਰਾਜ ਜੀ ਸੁਣ ਰਹੇ ਆ। ਇਉਂ ਜਦੋਂ ਭਾਈ ਗੋਪਾਲਾ ਜੀ ਨਾਨਕ ਨਦਰੀ ਨਦਰ ਨਿਹਾਲ ਇਹ ਵਾਕ ਕਹੇ ਆ ਨਾ, ਤੇ ਮਹਾਰਾਜ ਜੀ ਨੇ 3 ਲੋਕਾਂ ਵਿੱਚ ਨਿਗਾਹ ਮਾਰੀ ਕਿ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਣ ਲੱਗਾ। ਹੁਣ ਭਾਈ ਗੋਪਾਲੇ ਨੂੰ ਜਪਜੀ ਸਾਹਿਬ ਦੀ ਭੇਟ ਕੀ ਦਈਏ? ਸਤਿਗੁਰੂ ਜੀ ਨੂੰ ਕੋਈ ਵਸਤੂ, ਕੋਈ ਪਦਾਰਥ, ਕੋਈ ਮਾਇਆ, ਤ੍ਰਿਲੋਕੀ ਦਾ ਰਾਜ ਵੀ ਸਤਿਗੁਰੂ ਜੀ ਨੂੰ ਤੁੱਛ ਜਾਪਿਆ ਜਪਜੀ ਸਾਹਿਬ ਦੇ ਸਾਹਮਣੇ। ਤੇ ਮਹਾਰਾਜ ਨੇ ਵਿਚਾਰਿਆ ਕਿ ਹੁਣ ਜਪਜੀ ਸਾਹਿਬ ਦੇ ਬਰਾਬਰ ਤਾਂ ਗੁਰੂ ਨਾਨਕ ਸਾਹਿਬ ਦਾ ਗੁਰਿਆਈ ਤਖਤ ਹੀ ਹੈ, ਇਹ ਭਾਈ ਗੋਪਾਲੇ ਨੂੰ ਭੇਟ ਕਰ ਦਈਏ, ਸੌਂਪ ਦਈਏ। ਜਦੋਂ ਸਤਿਗੁਰੂ ਜੀ ਨੇ ਆਪਣਾ ਵੀਰ ਆਸਣ ਛੱਡਿਆ, ਉਸੇ ਸਮੇਂ ਭਾਈ ਗੋਪਾਲਾ ਜੀ ਨੂੰ ਫੁਰਨਾ ਫੁਰਿਆ ਕਿ ਜਿਹੜਾ ਇੱਕ ਘੋੜਾ ਸ਼ੇਸ਼ ਰਹਿ ਗਿਆ ਸੋਨੇ ਦੀ ਕਾਠੀ ਵਾਲਾ, ਜੇ ਮਹਾਰਾਜ ਉਹ ਦੇ ਦੇਣਾ ਤੇ ਫਿਰ ਤਾਂ ਆਨੰਦ ਹੀ ਵੱਜ ਜਾਣਗੇ। ਇਸ ਘੋੜੇ ਦੀ ਸਵਾਰੀ ਕਹਿੰਦੇ ਧਰਤੀ ਤੇ ਸਵਰਗ ਦੀ ਬਹਾਰ ਮਾਨਣ ਵਰਗਾ ਆਨੰਦ ਹੋਵੇਗਾ। ਭਾਈ ਗੋਪਾਲਾ ਜੀ ਨੇ ਇੱਧਰੋਂ ਫੁਰਨਾ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਉੱਥੇ ਹੀ ਹਜੂਰ ਬੈਠ ਗਏ। ਸੱਚੇ ਪਾਤਸ਼ਾਹ ਕਹਿੰਦੇ ਭਾਈ ਗੋਪਾਲਾ ਇਹ ਤਾਂ ਕੀ ਕੀਤਾ, ਮਨ ਵਿੱਚ ਫੁਰਨਾ ਕਰ ਲਿਆ ਈ। ਅੰਤਰਜਾਮੀ ਸਤਿਗੁਰੂ ਜੀ ਵੇਖੋ ਮਨ ਦੇ ਫੁਰਨੇ ਨੂੰ ਇਉਂ ਵੇਖ ਰਹੇ ਐ ਜਿਵੇਂ ਤੁਸੀਂ ਕੋਈ ਸਾਹਮਣੇ ਫਿਲਮ ਵੇਖਦੇ ਹੋ। ਇਉਂ ਮਹਾਰਾਜ ਮਨ ਨੂੰ ਵੇਖ ਲੈਂਦੇ ਆ ਸੱਚੇ ਪਾਤਸ਼ਾਹ। ਅਜੇ ਤਾਂ ਭਾਈ ਗੋਪਾਲਾ ਜੀ ਨੇ ਮਨ 'ਚ ਹੀ ਕੀਤਾ ਨਾ ਫੁਰਨਾ, ਮੁਖ ਤੋਂ ਤਾਂ ਆਖਿਆ ਹੀ ਨਹੀਂ ਸੀ। ਸੱਚੇ ਪਾਤਸ਼ਾਹ ਜੀ ਉਵੇਂ ਹੀ ਤਖਤ ਤੇ ਸਜ ਗਏ। ਸਾਧ ਸੰਗਤ ਜੀ, ਇਹਦੇ ਤੋਂ ਆਪਾਂ ਨੂੰ ਇਹ ਵੀ ਪ੍ਰਮਾਣ ਸਮਝਣਾ ਚਾਹੀਦਾ। ਅੱਜ ਕੱਲ ਸਾਡੇ ਅੰਦਰ ਬੜੀਆਂ ਗਿਰਾਵਟਾਂ ਆ ਗਈਆਂ। ਪੁੱਛਦੇ ਆ ਜੀ ਅਖੰਡ ਪਾਠ ਸਾਹਿਬ ਦੀ ਕੀ ਭੇਟਾ ਹੋਊਗੀ, ਜਾਂ ਸੁਖਮਨੀ ਸਾਹਿਬ ਦੀ ਕੀ ਭੇਟਾ ਹੋਊਗੀ। ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਕੌਣ ਭੇਟਾ ਦੇ ਸਕਦਾ? ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਦਾ ਤਖਤ ਦੇਣ ਨੂੰ ਤਿਆਰ ਨੇ ਗਰੀਬ ਨਵਾਜ਼। ਜਪਜੀ ਸਾਹਿਬ ਦੀ ਬਾਣੀ ਦੀ ਭੇਟਾ ਦੇ ਬਰਾਬਰ ਮਹਾਰਾਜ ਨੂੰ ਕੁਝ ਨਹੀਂ ਦਿਸਿਆ। ਤੇ ਫਿਰ ਪਾਠ ਕਰਨ ਵਾਲੇ ਵੀ ਜੇ ਇੱਛਾ ਰੱਖਣ ਕਿ ਭੇਟਾ ਮਿਲੂਗੀ, ਤੇ ਫਿਰ ਸਾਧ ਸੰਗਤ ਜੀ ਉਹਨਾਂ ਦਾ ਪਾਠ ਕੀਤਾ ਵੀ ਸਫਲਾ ਨਹੀਂ ਹੁੰਦਾ। ਜਿਹੜਾ ਕੋਈ ਭੇਟਾ ਦੇਣ ਵਾਲਾ ਇਹ ਸੋਚੇ ਕਿ ਮੈਂ ਤਾਂ ਭੇਟਾ ਦੇ ਕੇ ਕਰਵਾ ਰਿਹਾ ਹਾਂ, ਉਹਨੂੰ ਵੀ ਫਿਰ ਫਲ ਨਹੀਂ ਪ੍ਰਾਪਤ ਹੁੰਦਾ, ਕਿਉਂਕਿ ਮਹਾਰਾਜ ਦੀ ਭੇਟਾ ਜਿਹੜੀ ਹੈ ਨਾ ਬਾਣੀ ਦੀ, ਉਹ ਕੋਈ ਦੇ ਨਹੀਂ ਸਕਦਾ। ਹੱਥ ਜੋੜ ਕਰਕੇ ਮਹਾਰਾਜ ਦੀ ਬਾਣੀ ਦੇ ਅੱਗੇ ਸੀਸ ਝੁਕਾਉਣਾ ਤੇ ਜਥਾ ਸ਼ਕਤ ਵੱਧ ਤੋਂ ਵੱਧ ਜਿੰਨੀ ਹੋ ਸਕੇ ਬਾਣੀ ਦੇ, ਉਹ ਤੁਸੀਂ ਕਿਸੇ ਮਨੁੱਖ ਦੀ ਸੇਵਾ ਨਹੀਂ ਕਰ ਰਹੇ ਹੋ। ਇਹ ਸਾਡੇ ਅੰਦਰ ਆਈਆਂ ਗਿਰਾਵਟਾਂ ਕਿ ਅਸੀਂ ਆਪਣੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ। ਸਤਿਗੁਰੂ ਜੀ ਦੇ ਦਿੱਤੇ ਹੋਏ ਉਪਦੇਸ਼ ਨੂੰ ਆਪਾਂ ਵਿਸਾਰ ਦਿੱਤਾ ਹੈ। ਮਾਇਆ ਨਾਲ ਸਭ ਕੁਝ ਖਰੀਦਣਾ ਇਹ ਅਸੀਂ ਸਮਝ ਰਹੇ ਹਾਂ ਕਿ ਸ਼ਾਇਦ ਭਾਵ ਭਗਤੀ ਵੀ ਮਾਇਆ ਨਾਲ ਖਰੀਦੀ ਜਾ ਸਕਦੀ ਹੈ। ਨਹੀਂ, ਮਹਾਰਾਜ ਜੀ ਦਾ ਪਿਆਰ ਕੰਚਨ ਸਿਉ ਪਾਈਐ ਨਹੀਂ ਤੋਲ। ਮਹਾਰਾਜ ਦਾ ਪਿਆਰ ਸਾਧ ਸੰਗਤ ਜੀ ਮਾਇਆ ਵੱਟੇ ਨਹੀਂ ਜੇ ਪ੍ਰਾਪਤ ਹੁੰਦਾ। ਇਹ ਤਾਂ ਮਨ ਦੀ ਸ਼ਰਧਾ ਤੇ ਸਾਧ ਸੰਗਤ ਜੀ ਨਿਸ਼ਠਾ ਦੇ ਪ੍ਰਤੀ ਜੇ ਹੋਵੇ ਮਨ ਦੇ ਅੰਦਰ, ਫਿਰ ਮਹਾਰਾਜ ਜੀ ਦੇ ਘਰੋਂ ਪਿਆਰ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਵੀ ਭਾਈ ਗੋਪਾਲੇ ਨੂੰ ਫੁਰਨਾ ਕੀਤਾ ਹੈ। ਤੇ ਕੀ ਮਹਾਰਾਜ ਜੀ ਕਹਿੰਦੇ ਹੈ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ, ਆਓ ਮਨ ਬਿਰਤੀ ਇਕਾਗਰ ਕਰਕੇ ਸਰਵਣ ਕਰੀਏ। ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋ ਰਿਹਾ ਹੈ, ਸ਼ਲੋਕ ਪੜ੍ਹਿਆ ਜਾ ਰਿਹਾ ਹੈ। ਸੁਣਦੇ ਸਿੱਖ ਵਿਸਮਾਦ ਨੇ। ਜਦੋਂ ਸੰਪੂਰਨਤਾ ਹੋਈ ਹੈ
ਸਤਿਗੁਰਾਂ ਜੀ ਨੇ ਭਾਈ ਗੋਪਾਲਾ ਜੀ ਨੂੰ ਉਸੇ ਵੇਲੇ ਕਿਹਾ, ਭਾਈ ਗੋਪਾਲਾ ਤੂੰ ਇੱਕ ਇੱਛਾ ਆਪਣੇ ਅੰਦਰ ਕਰ ਲਈ ਹੈ। ਇਹ ਵਾਕ ਹਜੂਰ ਨੇ ਕਹੇ ਹੈ। ਅੱਗੇ ਮਹਾਰਾਜ ਜੀ ਕੀ ਕਹਿੰਦੇ ਆ, ਸਰਵਣ ਕਰੀਏ। ਸਤਿਗੁਰੂ ਜੀ ਦੇ ਪਵਿੱਤਰ ਸਰੂਪ ਦਾ ਧਿਆਨ ਕਰਦੇ ਹੋਏ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਨਾ ਮਨੋਰਥ ਜਪ ਜੀ ਸਾਰੋ। ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਭਾਈ ਗੋਪਾਲਾ ਬਿਨਾ ਮਨੋਰਥ, ਬਿਨਾ ਇੱਛਾ ਕੀਤਿਆਂ, ਬਿਨਾ ਫੁਰਨਾ ਉਠਾਇਆ ਜਪਜੀ ਸਾਹਿਬ ਜੀ ਦਾ ਸਾਰਾ ਪਾਠ ਪੂਰਬ ਸਮਝੇ ਸਕਲ ਉਚਾਰੋ। ਪਹਿਲਾਂ ਦੀ ਤਰ੍ਹਾਂ ਜੇ ਸਾਰਾ ਹੀ ਤੂੰ ਸਾਨੂੰ ਸੁਣਾ ਦਿੰਦਾ, ਕਿਉਂਕਿ ਸ਼ਲੋਕ ਦੇ ਵਿੱਚ ਹੀ ਫੁਰਨਾ ਫੁਰਿਆ ਨਾ। ਮਹਾਰਾਜ ਕਹਿੰਦੇ ਜਿਵੇਂ ਪਹਿਲਾਂ ਭਾਈ ਗੋਪਾਲਾ ਪੜ੍ਹਦਾ ਆ ਰਿਹਾ ਸੀ, ਬਿਨਾ ਫੁਰਨਾ ਕੀਤਿਆਂ, ਬਿਨਾ ਮਨੋਰਥ ਉਠਾਇਆ, ਜੇ ਉਸੇ ਤਰ੍ਹਾਂ ਹੀ ਜਪਜੀ ਸਾਹਿਬ ਸੰਪੂਰਨ ਕਰ ਦਿੰਦਾ। ਸ੍ਰੀ ਨਾਨਕ ਗਾਦੀ ਵਡਿਆਈ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਤਖਤ ਦੀ ਜਿਹੜੀ ਵਡਿਆਈ ਹੈ, ਸਗਰੇ ਜਗ ਕੀ ਬਰ ਗੁਰਿਆਈ। ਸਾਰੀ ਇਸ ਕਾਇਨਾਤ ਅੰਦਰ ਜਗਤ ਵਿੱਚ ਜਿਹੜੀ ਬਰ ਸ੍ਰੇਸ਼ਟ ਵੈ, ਗੁਰੂ ਨਾਨਕ ਸਾਹਿਬ ਦੀ ਗੁਰਿਆਈ ਤਖਤ ਦੇ ਅੱਗੇ ਸਮਸਤ ਸ਼ਕਤੀਆਂ ਝੁਕਦੀਆਂ ਨੇ। ਇਤਿਹਾਸ ਨੇ ਵਰਣਨ ਕੀਤਾ ਹੈ, ਜਿਸ ਵਕਤ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰਿਆਈ ਤਖਤ ਬਖਸ਼ਿਸ਼ ਕੀਤਾ, ਉਸ ਸਮੇਂ ਸਾਰੀਆਂ ਸ਼ਕਤੀਆਂ ਜਿਹੜੀਆਂ ਸੀ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਅੱਗੇ ਹੱਥ ਜੋੜ ਕੇ ਖਲੋਤੀਆਂ ਹੋਈਆਂ ਵੇਖੀਆਂ। ਆਖਿਆ, ਮਹਾਰਾਜ ਸਾਨੂੰ ਇਹਨਾਂ ਸ਼ਕਤੀਆਂ ਦੀ ਲੋੜ ਨਹੀਂ, ਸੱਚੇ ਪਾਤਸ਼ਾਹ ਸਾਨੂੰ ਤਾਂ ਆਪਦੇ ਚਰਨਾਂ ਦਾ ਪਿਆਰ ਚਾਹੀਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਿਆ ਸੀ, ਭਾਈ ਪੁਰਖਾ ਇਹ ਸ਼ਕਤੀਆਂ ਗੁਰਤਾ ਦੀਆਂ ਦਾਸੀਆਂ ਨੇ, ਤੁਹਾਡੀ ਮਰਜ਼ੀ ਹੈ ਇਹਨਾਂ ਕੋਲੋਂ ਸੇਵਾ ਲੈਣੀ ਹੈ ਤਾਂ ਲਿਓ, ਨਹੀਂ ਲੈਣੀ ਤਾਂ ਨਾ ਲਿਓ, ਪਰ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿਣਗੀਆਂ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸਾ ਜੀਵਨ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਕਤੀ ਨਹੀਂ ਪ੍ਰਗਟ ਕੀਤੀ, ਪਰ ਮਹਾਰਾਜ ਜੀ ਦਾ ਦਰਸ਼ਨ ਹੀ ਸ਼ਕਤੀ ਸੀਗੀ। ਸਾਧ ਸੰਗਤ ਜੀ, ਜਿਹੜਾ ਕੋਈ ਕੋੜੀ ਵੀ ਵੇਖਦਾ ਸੀ, ਲੋਕ ਮੰਜਿਆਂ ਤੇ ਪੈ ਕੇ ਆਉਂਦੇ ਸੀ, ਗੁਰੂ ਅੰਗਦ ਸਾਹਿਬ ਦਾ ਦਰਸ਼ਨ ਵੇਖ ਕੇ ਲੱਤਾਂ ਨਾਲ ਤੁਰ ਕੇ ਜਾਂਦੇ ਸੀਗੇ। ਇਹੋ ਜਿਹਾ ਮਹਾਰਾਜ ਦਾ ਪਵਿੱਤਰ ਦਰਸ਼ਨ ਸੀਗਾ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਇਹ ਭਾਈ ਗੋਪਾਲਾ ਜੀ ਨੂੰ ਦਰਸਾਉਣਾ। ਮਹਾਰਾਜ ਕਹਿੰਦੇ ਨੇ ਜਪਜੀ ਸਾਹਿਬ ਦੇ ਬਦਲੇ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਸ੍ਰੇਸ਼ਟ ਗੁਰਤਾ ਗੱਦੀ ਹੈ ਨਾ, ਮਹਾਰਾਜ ਕਹਿੰਦੇ ਅਸੀਂ ਇਹ ਭਾਈ ਗੋਪਾਲਾ ਤੈਨੂੰ ਦੇਣ ਲੱਗੇ ਸਾਂ। ਸੋ ਹਮ ਦੈਨ ਉਠਤ ਇਸ ਸਮੇਂ। ਇਸ ਸਮੇਂ ਅਸੀਂ ਤੈਨੂੰ ਗੁਰਿਆਈ ਤਖਤ ਦੇਣ ਵਾਸਤੇ ਉੱਠਣ ਲੱਗੇ ਸੀਗੇ। ਜਿਸ ਕੇ ਅਗਰ ਤ੍ਰਿਲੋਕੀ ਨਵੇਂ। ਜਿਸ ਗੁਰਿਆਈ ਤਖਤ ਦੇ ਅੱਗੇ ਤ੍ਰਿਲੋਕੀ ਨਿਆਉਂਦੀ ਹੈ, ਕੀ ਬ੍ਰਹਮਾ ਕੀ ਸ਼ਿਵਜੂ ਕੀ ਵਿਸ਼ਨੂੰ ਸਭ ਤ੍ਰਿਲੋਕੀ ਨਿਆਉਂਦੀ ਹੈ, ਦੈਂਤ ਆਦਿਕ ਨਿਆਉਂਦੇ ਆ, ਸਭ ਗੁਰੂ ਨਾਨਕ ਸਾਹਿਬ ਦੀ ਗੁਰਿਆਈ ਤਖਤ ਦੇ ਅੱਗੇ ਝੁਕਦੇ ਆ। ਕਹਾਂ ਕਰਹਿ ਬਸ ਤੋਹੇ ਨਾ ਕੋਈ। ਤੇ ਮਹਾਰਾਜ ਕਹਿੰਦੇ ਨੇ, ਭਾਈ ਗੋਪਾਲਿਆ ਕੀ ਕੋਈ ਕਰ ਸਕਦਾ ਹੈ, ਤੇਰਾ ਕੋਈ ਇਸ ਦੇ ਵਿੱਚ ਵਸ ਨਹੀਂ ਹੈ। ਜਹਾਂ ਉਚਿਤ ਹੋਏ ਪਹੁੰਚਾ ਸੋਈ। ਜਿਸਥੇ ਜੋਗ ਹੁੰਦਾ ਹੈ ਨਾ, ਇਹ ਗੁਰਿਆਈ ਤਖਤ ਉੱਥੇ ਹੀ ਪਹੁੰਚਦਾ ਹੈ। ਗੁਰਿਆਈ ਤਖਤ ਦੀ ਵਡਿਆਈ ਉਹਨਾਂ ਨੂੰ ਹੀ ਮਿਲਣੀ ਹੈ ਜਿਨ੍ਹਾਂ ਨੂੰ ਧੁਰੋਂ ਹੀ ਨਿਰੰਕਾਰ ਆਪ ਬਖਸ਼ਿਸ਼ ਕਰਦਾ ਏ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਆਖਿਆ ਏ। ਗਰੀਬ ਨਵਾਜ ਕਹਿੰਦੇ, ਭਾਈ ਗੋਪਾਲਾ ਇਹਦੇ ਵਿੱਚ ਤੇਰਾ ਕੋਈ ਵਸ ਨਹੀਂ ਹੈ। ਅਬ ਵੀ ਧਨ ਜਨਮ ਤੋਂ ਭਇਓ। ਮਹਾਰਾਜ ਕਹਿੰਦੇ ਹੁਣ ਵੀ ਕੁਛ ਘਟ ਨਹੀਂ, ਜੇ ਤੂੰ ਫੁਰਨਾ ਕਰ ਲਿਆ ਤਾਂ ਭਾਈ ਗੋਪਾਲਿਆ ਤੇਰਾ ਜਨਮ ਹੀ ਧਨ ਹੋ ਗਿਆ। ਇਹ ਸੱਚੇ ਪਾਤਸ਼ਾਹ ਵੇਖੋ ਹੁਣ ਬਖਸ਼ਿਸ਼ਾਂ ਕਰਨ ਲੱਗੇ ਐ। ਮਹਾਰਾਜ ਕਹਿੰਦੇ, ਭਾਈ ਗੋਪਾਲਾ ਤੇਰਾ ਜਨਮ ਧਨ ਹੋ ਗਿਆ ਏ। ਜਨਮ ਮਰਨ ਦੁੱਖ ਸਭ ਮਿਟ ਗਇਓ। ਜੰਮਣ ਮਰਨ ਦਾ ਸਾਰਾ ਹੀ ਦੁੱਖ ਮੇਟ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਐਡਾ ਪ੍ਰਸਾਦ ਦਿੱਤਾ ਜਪਜੀ ਸਾਹਿਬ ਦੀ ਬਾਣੀ ਦਾ ਫਲ ਮਹਾਰਾਜ ਬਖਸ਼ਿਸ਼ ਕਰ ਰਹੇ ਐ। ਹਜੂਰ ਕਹਿੰਦੇ ਤੇਰਾ ਜੰਮਣ ਮਰਨ ਨਾਸ਼ ਹੋ ਗਿਆ ਏ। ਕਰਿਓ ਮਨੋਰਥ ਜੋ ਅਬ ਜੈਸੇ। ਜਿਸ ਤਰ੍ਹਾਂ ਦਾ ਹੁਣ ਤੂੰ ਮਨੋਰਥ ਕੀਤਾ ਸੀ, ਇੱਛਾ ਕੀਤੀ ਸੀ ਭਾਈ ਗੋਪਾਲਾ, ਸੋ ਲੀਜਹੁ ਨਹਿ ਬਿਲਮਹੁ ਜੈਸੇ। ਉਹ ਲੈ ਲੈ। ਮਹਾਰਾਜ ਕਹਿੰਦੇ ਹੁਣ ਬਿਲਮ ਨਹੀਂ ਇਹਦੇ ਵਿੱਚ ਹੋਵੇਗਾ, ਦੇਰੀ ਨਹੀਂ ਹੋਵੇਗੀ, ਜਿਹੜੀ ਤੂੰ ਇੱਛਾ ਕੀਤੀ ਆ ਹੁਣੇ ਪੂਰੀ ਕਰਦੇ ਆ। ਕਹਿ ਕਰ ਸੋ ਘੋੜਾ ਮੰਗਵਾਇਓ। ਮਹਾਰਾਜ ਆਗਿਆ ਕੀਤੀ ਪੇ ਲਿਆਓ ਸਿੱਖੋ, ਘੋੜਾ ਲਿਆਓ ਤਿਆਰ ਕਰਕੇ, ਸੋਨੇ ਦੀ ਕਾਠੀ ਪਾ ਕਰਕੇ। ਸੁੰਦਰ ਜਿਸ ਪਰ ਜੀਨ ਸੁਹਾਇਓ। ਜਿਸ ਦੇ ਉੱਤੇ ਬੜੀ ਸੁੰਦਰ ਸੋਨੇ ਦੀ ਕਾਠੀ ਸ਼ੋਭਦੀ ਹੈ, ਉਹ ਪਾ ਕੇ ਲਿਆਵੋ। 1.25 ਲੱਖ ਕੀ ਕੀਮਤ ਜਾਹੀ। ਸਾਧ ਸੰਗਤ ਜੀ 1.25 ਲੱਖ ਦੀ ਤਾਂ ਕੀਮਤ ਹੈ ਇਹੋ ਜਿਹਾ ਸੁੰਦਰ ਘੋੜਾ ਏ।
ਹੋਏ ਪ੍ਰਸੰਨ ਬਖਸ਼ਤ ਭੇਤਾਹੀ। ਤੇ ਪ੍ਰਸੰਨ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਐਸਾ ਉਹ ਸੁੰਦਰ ਘੋੜਾ ਜਿਹੜਾ ਫੁਰਨਾ ਹੀ ਕੀਤਾ ਸੀ, ਮੁਖ ਤੋਂ ਥੋੜੋ ਬੋਲ ਕੇ ਦੱਸਿਆ ਸੀ ਪੂਰੇ ਗੁਰੂ ਜੀ ਨੂੰ, ਮਹਾਰਾਜ ਸਾਹਿਬ ਜੀ ਨੇ ਉਹ ਘੋੜਾ ਤੇ ਸਮੇਂ ਭਾਈ ਗੋਪਾਲਾ ਜੀ ਨੂੰ ਅਰਪਣ ਕੀਤਾ, ਭੇਟ ਕਰ ਦਿੱਤਾ। ਵਸਤਰ ਵਿਭੂਖਣ ਧਨ ਕੁਛ ਔਰ। ਫਿਰ ਇਹ ਨਹੀਂ ਕਿ ਕੱਲਾ ਘੋੜਾ ਹੀ ਭੇਟ ਕੀਤਾ ਹੈ, ਵਸਤਰ ਭੇਟ ਕੀਤੇ ਐ, ਭੂਖਣ ਸੋਨੇ ਦੇ ਗਹਿਣੇ ਮਹਾਰਾਜ ਨੇ ਭੇਟ ਕੀਤੇ ਐ, ਹੋਰ ਬਹੁਤ ਸਾਰੀਆਂ ਮਹਾਰਾਜ ਭੇਟਾਵਾਂ ਦਿੱਤੀਆਂ, ਮੋਹਰਾਂ ਅਸ਼ਰਫੀਆਂ ਸੱਚੇ ਪਾਤਸ਼ਾਹ ਜੀ ਮਹਾਰਾਜ ਦਿੱਤੀਆਂ ਨੇ। ਤੇ ਫਿਰ ਸਤਿਗੁਰਾਂ ਜੀ ਨੇ ਇਹੀ ਕਿਹਾ, ਭਾਈ ਗੋਪਾਲਿਆ ਜਪਜੀ ਸਾਹਿਬ ਦੀ ਭੇਟਾ ਦੇ ਦਿੱਤੀ ਨਹੀਂ ਜਾ ਸਕਦੀ, ਇਹ ਤੁੱਛ ਵੈ ਸਭ ਕੁਝ ਜਪਜੀ ਸਾਹਿਬ ਦੇ ਸਾਹਮਣੇ। ਇਹ ਮਹਾਰਾਜ ਸਾਨੂੰ ਬਾਣੀ ਦੀ ਵੱਡੀ ਵਡਿਆਈ ਹਜੂਰ ਨੇ ਦੱਸੀ ਹੈ। ਦੇਤ ਭਏ ਸੋਢੀ ਸਿਰਮੌਰ। ਸੋਢੀਆਂ ਦੇ ਸਿਰਮੌਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਇਹ ਵੰਸ਼ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੀਆਂ ਬਖਸ਼ੀਆਂ ਦਿੱਤੀਆਂ ਨੇ। ਲਏ ਗੋਪਾਲੇ ਆਨੰਦ ਉਪਾਇਓ। ਭਾਈ ਗੋਪਾਲਾ ਜੀ ਨੇ ਲੈ ਕਰਕੇ ਬਹੁਤ ਪ੍ਰਸੰਨਤਾ ਕੀਤੀ, ਬੜਾ ਮਨ ਖੁਸ਼ ਹੋਇਆ। ਸ੍ਰੀ ਗੁਰ ਤੇ ਸੁਨ ਕਰ ਪਛਤਾਇਓ। ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੋਲੋਂ ਸੁਣ ਕੇ ਮਨ ਵਿੱਚ ਪਛਤਾਵਾ ਵੀ ਲੱਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਐਡੀ ਵੱਡੀ ਮੈਨੂੰ ਵਡਿਆਈ ਦੇਣ ਲੱਗੇ ਸੀ, ਮੈਂ ਤਾਂ ਫੁਰਨਾ ਕਰ ਲਿਆ ਕਿ ਮਹਾਰਾਜ ਉੱਠੀ ਚੱਲੇ ਆ, ਸ਼ਾਇਦ ਜਪਜੀ ਸਾਹਿਬ ਪੂਰਾ ਨਹੀਂ ਸੁਣਿਆ, ਤੇ ਸਤਿਗੁਰੂ ਤੇ ਮੈਨੂੰ ਗੁਰਿਆਈ ਤਖਤ ਦੇਣ ਲੱਗੇ ਸੀ, ਜਿਸ ਗੁਰਿਆਈ ਤਖਤ ਦੇ ਅੱਗੇ ਸਮਕਸ਼ ਸ਼ਕਤੀਆਂ ਝੁਕਦੀਆਂ ਨੇ। ਭਾਈ ਗੋਪਾਲਾ ਜੀ ਮਨ ਦੇ ਅੰਦਰ ਬੜੇ ਹੈਰਾਨ ਹੋਏ। ਮਾਤਰਾ ਵਰਣ ਸੰਭਾਰਹਿ ਸਾਰੇ। ਤੇ ਮਾਤਰਾ ਤੇ ਵਰਣ ਅੱਖਰ ਜੇ ਸਾਰੇ ਕੋਈ ਸੰਭਾਲ ਕਰਕੇ ਚੰਗੀ ਤਰ੍ਹਾਂ ਸ੍ਰੀ ਗੁਰਬਾਣੀ ਸਿੱਖ ਉਚਾਰੇ। ਜੇ ਗੁਰੂ ਸਾਹਿਬ ਦੀ ਬਾਣੀ ਸਿੱਖ ਆਪਣੇ ਮੁਖ ਤੋਂ ਪੜ੍ਹੇ ਤਾਂ ਮਹਾ ਮਹਾਤਮ ਕਰ ਦਿਖਰਾਇਓ। ਵੱਡਾ ਮਹਾਤਮ ਸੱਚੇ ਪਾਤਸ਼ਾਹ ਜੀ ਨੇ ਕਰਕੇ ਵਿਖਾਇਆ। ਸਾਧ ਸੰਗਤ ਜੀ ਵੇਖੋ, ਜਪਜੀ ਸਾਹਿਬ ਦੀ ਬਾਣੀ ਤੇ ਸਤਿਗੁਰੂ ਜੀ ਨੇ ਕਿਹਾ ਕਿ ਇਹ ਸਭ ਕੁਝ ਤੁੱਛ ਹੈ ਭਾਈ ਗੋਪਾਲਿਆ ਜਪਜੀ ਸਾਹਿਬ ਦੇ ਸਾਹਮਣੇ। ਵੱਡਾ ਮਹਾਤਮ ਬਾਣੀ ਦਾ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਪ੍ਰਗਟ ਕਰਕੇ ਵਿਖਾਇਆ। ਮਹਿ ਤ੍ਰਿਲੋਕ ਮੈਂ ਸਮ ਕੁਛ ਪਾਇਓ। ਤੇ ਮਹਾਰਾਜ ਕਹਿੰਦੇ ਆ, ਤ੍ਰਿਲੋਕੀ ਦੇ ਵਿੱਚ ਜਪਜੀ ਸਾਹਿਬ ਦੇ ਸਮਾਨ ਕੁਛ ਵੀ ਨਹੀਂ ਅਸੀਂ ਪਾਇਆ, ਜਪਜੀ ਸਾਹਿਬ ਦੇ ਬਰਾਬਰ ਕੁਝ ਵੀ ਨਹੀਂ ਹੈ, ਨਾ ਬ੍ਰਹਮਾ ਦੀ ਪਦਵੀ ਹੈ, ਨਾ ਇੰਦਰ ਦੀ ਪਦਵੀ ਹੈ। ਵੇਖੋ ਸਾਧ ਸੰਗਤ ਜੀ, ਇਹੋ ਜੀ ਬਾਣੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੂਰੇ ਗੁਰੂ ਜੀ ਨੇ ਆਪਣੇ ਸ਼੍ਰੀ ਕੰਠ ਤੋਂ ਉਚਾਰੀ ਹੈ ਕਿ ਬ੍ਰਹਮਾ ਵਰਗੇ ਵੀ ਤਰਸਦੇ ਆ ਕਿ ਅਸੀਂ ਮਨੁੱਖਾ ਜਨਮ ਲੈ ਕੇ ਹਜੂਰ ਦੀ ਬਾਣੀ ਪੜ੍ਹੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਤਿੰਨਾਂ ਲੋਕਾਂ ਵਿੱਚ ਕੁਝ ਵੀ ਨਹੀਂ ਹੈ ਜਪਜੀ ਸਾਹਿਬ ਦੇ ਬਰਾਬਰ। ਇਮ ਸਤਿਗੁਰ ਬਹੁ ਕਰੇ ਬਿਲਾਸਾ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਹੁਤ ਹਜੂਰ ਕੌਤਕ ਕਰ